ਓਮ ਸ਼ਾਂਤੀ। ਅੱਜ ਪਿਆਰੇ ਬਾਬਾ ਦੇ 9/3/21 ਦੇ ਮਹਾਵਚਨ। ਬਾਬਾ ਨੇ ਆਪਣੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਚੁੱਪ ਰਹਿਣਾ ਵੀ ਬਹੁਤ ਵੱਡਾ ਗੁਣ ਹੈ। ਤੁਸੀਂ ਚੁੱਪ ਰਹਿ ਕੇ ਬਾਪ ਨੂੰ ਯਾਦ ਕਰਦੇ ਰਹੋ ਤਾਂ ਬਹੁਤ ਕਮਾਈ ਜਮ੍ਹਾਂ ਕਰ ਲਵੋਗੇ। ਪ੍ਰਸ਼ਨ ਹੈ, ਕਿਹੜੇ ਬੋਲ ਕਰਮ ਸੰਨਿਆਸ ਨੂੰ ਸਿੱਧ ਕਰਦੇ ਹਨ? ਉਹ ਬੋਲ ਤੁਸੀਂ ਨਹੀਂ ਬੋਲ ਸਕਦੇ। ਉੱਤਰ ਹੈ, ਡਰਾਮਾ ਵਿੱਚ ਹੋਵੇਗਾ ਤਾਂ ਕਰ ਲਵਾਂਗੇ। ਬਾਬਾ ਕਹਿੰਦੇ, ਇਹ ਤਾਂ ਕਰਮ ਸੰਨਿਆਸ ਹੋ ਗਿਆ। ਤੁਸੀਂ ਕਰਮ ਤਾਂ ਜ਼ਰੂਰ ਕਰਨਾ ਹੀ ਹੈ। ਬਿਨਾਂ ਪੁਰਸ਼ਾਰਥ ਦੇ ਤਾਂ ਪਾਣੀ ਵੀ ਨਹੀਂ ਮਿਲ ਸਕਦਾ। ਇਸ ਲਈ ਡਰਾਮਾ ਕਹਿ ਕੇ ਛੱਡ ਨਹੀਂ ਦੇਣਾ ਹੈ। ਨਵੀਂ ਰਾਜਧਾਨੀ ਵਿੱਚ ਉੱਚਾ ਪਦ ਪਾਉਣਾ ਹੈ ਤਾਂ ਖੂਬ ਪੁਰਸ਼ਾਰਥ ਕਰੋ। ਓਮ ਸ਼ਾਂਤੀ। ਪਹਿਲਾਂ ਬੱਚਿਆਂ ਨੂੰ ਸਾਵਧਾਨੀ ਮਿਲਦੀ ਹੈ, ਬਾਪ ਨੂੰ ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ। ਮਨ ਮਨਾ ਭਵ। ਇਹ ਅੱਖਰ ਵੀ ਵਿਆਸ ਨੇ ਲਿਖਿਆ ਹੈ। ਸੰਸਕ੍ਰਿਤ ਵਿੱਚ ਤਾਂ ਬਾਪ ਨੇ ਸਮਝਾਇਆ ਨਹੀਂ ਹੈ। ਬਾਬਾ ਤਾਂ ਹਿੰਦੀ ਵਿੱਚ ਹੀ ਸਮਝਾਉਂਦੇ ਹਨ। ਬੱਚਿਆਂ ਨੂੰ ਕਹਿੰਦੇ ਹਨ ਕਿ ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰੋ। ਇਹ ਸਹਿਜ ਅੱਖਰ ਹਨ ਕਿ ਹੇ ਬੱਚੇ, ਮੈਨੂੰ ਬਾਪ ਨੂੰ ਯਾਦ ਕਰੋ। ਲੌਕਿਕ ਬਾਪ ਇਸ ਤਰ੍ਹਾਂ ਨਹੀਂ ਕਹਿੰਦੇ ਕਿ ਹੇ ਬੱਚਿਓ, ਮੈਨੂੰ ਆਪਣੇ ਬਾਪ ਨੂੰ ਯਾਦ ਕਰੋ। ਇਹ ਤਾਂ ਨਵੀਂ ਗੱਲ ਹੈ ਨਾ। ਬਾਬਾ ਕਹਿੰਦੇ, ਹੇ ਬੱਚਿਓ, ਮੁਝ ਮਾਨਾ ਮੈਨੂੰ ਆਪਣੇ ਨਿਰਾਕਾਰ ਬਾਪ ਨੂੰ ਯਾਦ ਕਰੋ। ਇਹ ਵੀ ਬੱਚੇ ਸਮਝਦੇ ਹਨ, ਰੂਹਾਨੀ ਬਾਪ ਸਾਡੀਆਂ ਰੂਹਾਂ ਨਾਲ ਗੱਲ ਕਰਦੇ ਹਨ। ਮਾਨਾ ਜੋ ਸਾਡੀ ਆਤਮਾ ਹੈ ਉਸ ਨਾਲ ਗੱਲ ਕਰ ਰਹੇ ਹਨ। ਘੜੀ ਘੜੀ ਬੱਚਿਆਂ ਨੂੰ ਕਹਿਣਾ ਕਿ ਬਾਪ ਨੂੰ ਯਾਦ ਕਰੋ, ਇਹ ਸ਼ੋਭਦਾ ਨਹੀਂ ਹੈ। ਹੁਣ ਕੋਈ ਬਾਰ-ਬਾਰ ਥੋੜ੍ਹੀ ਕਹੇਂਗੇ ਕਿ ਮੈਨੂੰ ਯਾਦ ਕਰੋ, ਮੈਨੂੰ ਯਾਦ ਕਰੋ। ਪਿਆਰ ਹੁੰਦਾ ਹੈ ਤਾਂ ਯਾਦ ਆਟੋਮੈਟਿਕਲੀ ਰਹਿੰਦੀ ਹੈ। ਜਦ ਕਿ ਬੱਚੇ ਜਾਣਦੇ ਹਨ ਕਿ ਸਾਡਾ ਫਰਜ਼ ਹੈ ਰੂਹਾਨੀ ਬਾਪ ਨੂੰ ਯਾਦ ਕਰਨਾ, ਤਾਂ ਹੀ ਤਾਂ ਵਿਕਰਮ ਵਿਨਾਸ਼ ਹੋਣਗੇ। ਬੱਚਿਆਂ ਨੂੰ ਨਿਰੰਤਰ ਯਾਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਸਮੇਂ ਕੋਈ ਨਿਰੰਤਰ ਯਾਦ ਕਰ ਨਾ ਸਕੇ, ਟਾਈਮ ਲੱਗਦਾ ਹੈ। ਇਹ ਬਾਬਾ ਕਹਿੰਦੇ, ਮੈਂ ਵੀ ਨਿਰੰਤਰ ਯਾਦ ਨਹੀਂ ਕਰ ਸਕਦਾ। ਉਹ ਅਵਸਥਾ ਅੰਤ ਵਿੱਚ ਠਹਿਰੇਗੀ। ਅਗਰ ਅਸੀਂ ਪੁਰਸ਼ਾਰਥ ਕਰਦੇ ਹਾਂ ਤਾਂ ਅੰਤ ਤੱਕ ਉਹ ਅਵਸਥਾ ਜ਼ਰੂਰ ਆ ਜਾਂਦੀ। ਤੁਹਾਨੂੰ ਬੱਚਿਆਂ ਨੂੰ ਪਹਿਲਾ ਪੁਰਸ਼ਾਰਥ ਬਾਪ ਨੂੰ ਯਾਦ ਕਰਨ ਦਾ ਹੀ ਕਰਨਾ ਹੈ। ਸ਼ਿਵ ਬਾਬਾ ਤੋਂ ਵਰਸਾ ਮਿਲਦਾ ਹੈ। ਭਾਰਤ ਵਾਸੀਆਂ ਦੀ ਗੱਲ ਹੈ ਨਾ। ਇਹ ਸਥਾਪਨਾ ਹੁੰਦੀ ਹੈ ਦੇਵੀ ਰਾਜਧਾਨੀ ਦੀ, ਅਤੇ ਜੋ ਧਰਮ ਸਥਾਪਨ ਕਰਦੇ ਉਸ ਦੇ ਵਿੱਚ ਤਾਂ ਕੋਈ ਮੁਸ਼ਕਲਾਤ ਹੁੰਦੀ ਹੀ ਨਹੀਂ। ਉਸ ਦੇ ਤਾਂ ਪਿਛਾੜੀ ਆਉਂਦੇ ਹੀ ਰਹਿੰਦੇ ਹਨ। ਇੱਥੇ ਦੇਵੀ ਦੇਵਤਾ ਧਰਮ ਵਾਲੇ ਜੋ ਹਨ, ਉਹਨਾਂ ਨੂੰ ਗਿਆਨ ਨਾਲ ਉਠਾਉਣਾ ਪੈਂਦਾ ਹੈ। ਮਿਹਨਤ ਲੱਗਦੀ ਹੈ ਨਾ। ਗੀਤਾ, ਭਾਗਵਤ ਸ਼ਾਸਤਰਾਂ ਵਿੱਚ ਇਹ ਨਹੀਂ ਹੈ ਕਿ ਬਾਪ ਸੰਗਮ ਯੁੱਗ 'ਤੇ ਆ ਕੇ ਰਾਜਧਾਨੀ ਸਥਾਪਨ ਕਰ ਰਹੇ ਹਨ। ਹੁਣ ਤੁਸੀਂ ਪੜ੍ਹ ਰਹੇ ਹੋ ਭਵਿੱਖ 21 ਜਨਮਾਂ ਦੇ ਲਈ। ਹੋਰ ਸਕੂਲਾਂ ਵਿੱਚ ਇਸ ਤਰ੍ਹਾਂ ਦੇ ਲਈ, ਇੱਥੇ ਦੇ ਲਈ ਨਹੀਂ ਪੜ੍ਹਾਉਂਦੇ। ਇੱਥੇ ਦੇ ਲਈ ਪੜ੍ਹਾਉਂਦੇ ਹਨ। ਸਾਧੂ ਸੰਤ ਆਦਿ ਜੋ ਵੀ ਹਨ, ਉਹ ਭਵਿੱਖ ਦੇ ਲਈ ਹੀ ਪੜ੍ਹਾਉਂਦੇ ਹਨ, ਕਿਉਂਕਿ ਉਹ ਸਮਝਦੇ ਹਨ ਕਿ ਅਸੀਂ ਸਰੀਰ ਛੱਡ ਕੇ ਮੁਕਤੀ ਧਾਮ ਚਲੇ ਜਾਵਾਂਗੇ, ਬ੍ਰਹਮ ਵਿੱਚ ਲੀਨ ਹੋ ਜਾਵਾਂਗੇ, ਆਤਮਾ ਪਰਮਾਤਮਾ ਵਿੱਚ ਮਿਲ ਜਾਵੇਗੀ। ਤਾਂ ਉਹ ਵੀ ਹੋਇਆ ਭਵਿੱਖ ਦੇ ਲਈ, ਪਰੰਤੂ ਭਵਿੱਖ ਦੇ ਲਈ ਪੜ੍ਹਾਉਣ ਵਾਲਾ ਇੱਕ ਹੀ ਰੂਹਾਨੀ ਬਾਪ ਹੈ, ਦੂਸਰਾ ਕੋਈ ਵੀ ਨਹੀਂ। ਗਾਇਆ ਵੀ ਜਾਂਦਾ ਹੈ, ਸਰਬ ਦਾ ਸਦਗਤੀ ਦਾਤਾ ਇੱਕ ਹੈ। ਉਹ ਤਾਂ ਸਾਰੇ ਅਯਥਾਰਥ ਹੀ ਹੋ ਜਾਂਦੇ ਹਨ। ਇਹ ਬਾਬਾ ਹੀ ਆ ਕੇ ਸਮਝਾਉਂਦੇ ਹਨ। ਇਹ ਵੀ ਸਾਧਨਾ ਕਰਦੇ ਰਹਿੰਦੇ ਹਨ। ਬਾਬਾ ਕਹਿੰਦੇ ਉਹ ਵੀ ਸਾਧਨਾ ਕਰਦੇ ਰਹਿੰਦੇ ਹਨ। ਬ੍ਰਹਮ ਵਿੱਚ ਲੀਨ ਹੋਣ ਦੀ ਸਾਧਨਾ ਉਹ ਅਯਥਾਰਥ ਹੈ, ਉਹਦਾ ਕੋਈ ਫਾਇਦਾ ਨਹੀਂ ਹੈ। ਲੀਨਤਾ ਕਿਸੇ ਨੇ ਹੋਣਾ ਹੀ ਨਹੀਂ ਹੈ। ਬ੍ਰਹਮ ਮਹਿਤੱਤਵ ਕੋਈ ਭਗਵਾਨ ਨਹੀਂ ਹੈ।
ਉਹ ਸਭ ਤਾਂ ਗਲਤ ਹੈ। ਝੂਠ ਖੰਡ ਵਿੱਚ ਝੂਠ ਬੋਲਣ ਵਾਲੇ ਬਹੁਤ ਹਨ, ਸੱਚਖੰਡ ਵਿੱਚ ਸਭ ਸੱਚ ਹੀ ਬੋਲਦੇ ਹਨ। ਤੁਸੀਂ ਜਾਣਦੇ ਹੋ ਭਾਰਤ ਸੱਚਖੰਡ ਸੀ, ਹੁਣ ਝੂਠ ਖੰਡ ਬਣਿਆ ਹੈ। ਸ਼ਿਵ ਬਾਬਾ ਨੇ ਆ ਕੇ ਭਾਰਤ ਨੂੰ ਸੱਚਖੰਡ ਬਣਾਇਆ, ਇਸ ਲਈ ਸ਼ਿਵ ਜਯੰਤੀ ਮਨਾਈ ਜਾਂਦੀ ਹੈ। ਉਹ ਸਮਝਦੇ ਹਨ ਆਉਂਦਾ ਹੀ ਨਹੀਂ, ਉਹ ਨਾਮ ਰੂਪ ਤੋਂ ਨਿਆਰਾ ਹੈ। ਸਿਰਫ ਮਹਿਮਾ ਜੋ ਗਾਉਂਦੇ ਹਨ, ਪਤਿਤ ਪਾਵਨ ਗਿਆਨ ਦਾ ਸਾਗਰ, ਐਵੇਂ ਹੀ ਤੋਤੇ ਮਿਸਲ ਗਾਉਂਦੇ ਰਹਿੰਦੇ ਹਨ। ਬਾਬਾ ਆ ਕੇ ਸਮਝਾਉਂਦੇ ਹਨ, ਕ੍ਰਿਸ਼ਨ ਜਯੰਤੀ ਮਨਾਉਂਦੇ ਹੋ, ਗੀਤਾ ਜਯੰਤੀ ਵੀ ਮਨਾਉਂਦੇ ਹਨ। ਕਹਿੰਦੇ ਹਨ ਕ੍ਰਿਸ਼ਨ ਨੇ ਆ ਕੇ ਗੀਤਾ ਸੁਣਾਈ। ਸ਼ਿਵ ਜਯੰਤੀ ਦੇ ਲਈ ਕਿਸ ਨੂੰ ਇਹ ਪਤਾ ਨਹੀਂ ਕਿ ਸ਼ਿਵ ਕੀ ਆ ਕੇ ਕਰਦੇ ਹਨ, ਆਉਣਗੇ ਵੀ ਕਿਵੇਂ। ਜਦ ਕਿ ਕਹਿੰਦੇ ਹਨ ਨਾਮ ਰੂਪ ਤੇ ਨਿਆਰਾ ਹੈ, ਤਾਂ ਬਾਬਾ ਕਹਿੰਦੇ ਮੈਂ ਹੀ ਬੱਚਿਆਂ ਨੂੰ ਸਮਝਾਉਂਦਾ ਹਾਂ, ਫਿਰ ਇਹ ਗਿਆਨ ਪ੍ਰਾਇਲੋਪ ਹੋ ਜਾਂਦਾ ਹੈ। ਹੁਣ ਜੇ ਨਾਮ ਰੂਪ ਤੋਂ ਨਿਆਰਾ ਹੈ ਤਾਂ ਫਿਰ ਸ਼ਿਵ ਜਯੰਤੀ ਕਿਸ ਦੀ ਮਨਾਈ ਜਾਂਦੀ ਹੈ? ਉਸਦਾ ਤਾਂ ਨਾਮ ਹੈ ਸ਼ਿਵ। ਤਾਂ ਬਾਬਾ ਕਹਿੰਦੇ ਬਾਪ ਖੁਦ ਆ ਕੇ ਦੱਸਦੇ ਹਨ ਕਿ ਮੈਂ ਆ ਕੇ ਭਾਰਤ ਨੂੰ ਫਿਰ ਤੋਂ ਸਵਰਗ ਬਣਾਉਂਦਾ ਹਾਂ, ਕੋਈ ਤਾਂ ਪਤਿਤ ਪਾਵਨ ਹੋਵੇਗਾ ਨਾ। ਮੁੱਖ ਭਾਰਤ ਦੀ ਹੀ ਗੱਲ ਹੈ, ਭਾਰਤ ਹੀ ਪਤਿਤ ਹੈ, ਪਤਿਤ ਪਾਵਨ ਨੂੰ ਹੀ ਭਾਰਤ ਵਿੱਚ ਪੁਕਾਰਦੇ ਹਨ। ਖੁਦ ਕਹਿੰਦੇ ਹਨ ਵਿਸ਼ਵ ਵਿੱਚ ਸ਼ੈਤਾਨ ਦਾ ਰਾਜ ਚੱਲ ਰਿਹਾ ਹੈ, ਬੰਬ ਆਦਿ ਬਣਾਉਂਦੇ ਰਹਿੰਦੇ ਹਨ, ਉਸ ਤੋਂ ਵਿਨਾਸ਼ ਹੋਣਾ ਹੈ, ਤਿਆਰੀਆਂ ਕਰ ਰਹੇ ਹਨ, ਜਿਵੇਂ ਉਹ ਰਾਵਣ ਦੇ ਪ੍ਰੇਰਿਤ ਕੀਤੇ ਹੋਏ ਹਨ। ਰਾਵਣ ਦਾ ਰਾਜ ਸਭ ਖਲਾਸ ਹੋਵੇਗਾ। ਭਾਰਤ ਵਾਸੀ ਕਹਿਣਗੇ ਜਦੋਂ ਕ੍ਰਿਸ਼ਨ ਆਵੇਗਾ। ਤੁਸੀਂ ਸਮਝਦੇ ਸ਼ਿਵ ਬਾਬਾ ਆਇਆ ਹੋਇਆ ਹੈ, ਉਹੀ ਸਰਵ ਦਾ ਸਦਗਤੀ ਦਾਤਾ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ, ਯਾਦ ਕਰਨ ਨਾਲ ਹੀ ਖਾਦ ਨਿਕਲੇਗੀ। ਤੁਹਾਡੀ ਆਤਮਾ ਵਿੱਚ ਖਾਦ ਪੜੀ ਹੈ ਨਾ, ਉਹ ਯਾਦ ਨਾਲ ਹੀ ਨਿਕਲੇਗੀ। ਇਸ ਨੂੰ ਕਿਹਾ ਜਾਂਦਾ ਯਾਦ ਦੀ ਯਾਤਰਾ। ਮੈਨੂੰ ਯਾਦ ਕਰਨ ਨਾਲ ਤੁਹਾਡੇ ਵੀ ਕਰਮ ਵਿਨਾਸ਼ ਹੋ ਜਾਣਗੇ। ਇਸ ਨੂੰ ਯੋਗ ਅਗਨੀ ਕਿਹਾ ਜਾਂਦਾ ਹੈ। ਯੋਗ ਅਗਨੀ ਵਿੱਚ ਹੀ ਖਾਦ ਨਿਕਲੇਗੀ ਅਤੇ ਤੁਸੀਂ ਕ੍ਰਿਸ਼ਨਪੁਰੀ ਵਿੱਚ ਜਾਣ ਦੇ ਲਾਇਕ ਬਣ ਜਾਵੋਗੇ। ਰਾਧੇ ਕ੍ਰਿਸ਼ਨ ਹੀ ਫਿਰ ਲਕਸ਼ਮੀ ਨਾਰਾਇਣ ਬਣਦੇ ਹਨ। ਰਾਧੇ ਕ੍ਰਿਸ਼ਨ ਦਾ ਜਨਮ ਦਿਨ ਮਨਾਉਂਦੇ ਹਨ, ਲਕਸ਼ਮੀ ਨਾਰਾਇਣ ਦਾ ਕਿਸੇ ਨੂੰ ਪਤਾ ਹੀ ਨਹੀਂ। ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਂਦੇ ਆ ਨਾ, ਤਾਂ ਬਾਬਾ ਕਹਿ ਰਹੇ ਮਨੁੱਖ ਬਿਲਕੁਲ ਮੂੰਝੇ ਹੋਏ ਹਨ। ਹੁਣ ਤੁਸੀਂ ਸਮਝਦੇ ਹੋ ਤਾਂ ਹੋਰਾਂ ਨੂੰ ਵੀ ਸਮਝਾਉਣਾ ਹੈ। ਪਹਿਲਾਂ ਪੁੱਛਣਾ ਹੈ ਗੀਤਾ ਵਿੱਚ ਜੋ ਕਿਹਾ ਹੈ ਮਾਮੇ ਕਮ ਯਾਦ ਕਰੋ, ਇਹ ਕਿਸਨੇ ਕਿਹਾ? ਉਹ ਸਮਝਦੇ ਹਨ ਸ੍ਰੀ ਕ੍ਰਿਸ਼ਨ ਨੇ ਕਿਹਾ ਹੈ। ਤੁਸੀਂ ਸਮਝਦੇ ਹੋ ਭਗਵਾਨ ਨਿਰਾਕਾਰ ਹੈ। ਉਸ ਤੋਂ ਹੀ ਉੱਚਾ ਅਰਥਾਤ श्रेष्ठ मत मिलती है। बाबा कह रहे कि राजयोग बाप ने सिखाया ਉਹੀ ਪਤਿਤ ਪਾਵਨ ਹੈ। ਬਾਕੀ ਬੜੀਆਂ ਵੱਡੀਆਂ ਜੋ ਭੁੱਲਾਂ ਹਨ ਉਸ 'ਤੇ ਜ਼ੋਰ ਦੇਣਾ ਹੈ। ਕਿਹੜੀਆਂ ਵੱਡੀਆਂ ਭੁੱਲਾਂ ਕੀਤੀਆਂ? ਇੱਕ ਤਾਂ ਈਸ਼ਵਰ ਨੂੰ ਸਰਵਿਆਪੀ ਕਹਿਣਾ, ਦੂਸਰਾ ਫਿਰ ਗੀਤਾ ਦਾ ਭਗਵਾਨ ਕ੍ਰਿਸ਼ਨ ਨੂੰ ਕਹਿਣਾ, ਲੱਖਾਂ ਸਾਲਾਂ ਦਾ ਕਹਿਣਾ ਕਲਪ ਲੱਖਾਂ ਸਾਲਾਂ ਦਾ। ਇਹ ਬੜੀਆਂ ਵੱਡੀਆਂ ਭੁੱਲਾਂ ਹਨ। ਕਲਪ ਲੱਖਾਂ ਸਾਲਾਂ ਦਾ ਹੋ ਨਹੀਂ ਸਕਦਾ, ਪਰਮਾਤਮਾ ਸਰਵਿਆਪੀ ਹੋ ਨਹੀਂ ਸਕਦਾ। ਕਹਿੰਦੇ ਹਨ ਉਹ ਪ੍ਰੇਰਣਾ ਨਾਲ ਸਭ ਕੁਝ ਕਰਦੇ, ਪਰੰਤੂ ਨਹੀਂ, ਪ੍ਰੇਰਣਾ ਨਾਲ ਥੋੜ੍ਹੀ ਪਾਵਨ ਬਣਾ ਦੇਣਗੇ। ਇਹ ਤਾਂ ਬਾਪ ਸਨਮੁਖ ਬੈਠ ਕਰ ਸਮਝਾਉਂਦੇ ਹਨ ਮਾਮੇ ਕਮ ਯਾਦ ਕਰੋ। ਪ੍ਰੇਰਣਾ ਅੱਖਰ ਕਹਿਣਾ ਹੀ ਗਲਤ ਹੈ। ਬੇਸ਼ੱਕ ਕਿਹਾ ਜਾਂਦਾ ਹੈ ਸ਼ੰਕਰ ਦੀ ਪ੍ਰੇਰਣਾ ਨਾਲ ਬੰਬ ਆਦਿ ਬਣਾਉਂਦੇ ਹਨ, ਪਰੰਤੂ ਇਹ ਤਾਂ ਸਾਰੀ ਡਰਾਮਾ ਵਿੱਚ ਨੂੰਦ ਹੈ ਨਾ। ਇਸ ਯੱਗ ਤੋਂ ਹੀ ਵਿਨਾਸ਼ ਜਵਾਲਾ ਨਿਕਲੀ, ਪ੍ਰੇਰਣਾ ਨਹੀਂ ਕਰਦੇ। ਇਹ ਵਿਨਾਸ਼ ਦਾ ਅਰਥ ਨਿਮਿਤ ਬਣੇ ਹਨ। ਡਰਾਮਾ ਵਿੱਚ ਨੂੰਦ ਹੈ। ਸ਼ਿਵ ਬਾਬਾ ਦਾ ਹੀ ਸਾਰਾ ਪਾਠ ਹੈ। ਉਸ ਦੇ ਬਾਅਦ ਫਿਰ ਪਾਠ ਹੈ ਬ੍ਰਹਮਾ ਵਿਸ਼ਨੂੰ ਸ਼ੰਕਰ ਦਾ। ਬ੍ਰਹਮਾ ਬ੍ਰਾਹਮਣ ਰਚਦੇ ਹਨ, ਉਹੀ ਫਿਰ ਵਿਸ਼ਨੂਪੁਰੀ ਦੇ ਮਾਲਿਕ ਬਣਦੇ ਹਨ। ਫਿਰ 84 ਜਨਮਾਂ ਦਾ ਚੱਕਰ ਲਗਾ ਕੇ ਤੁਸੀਂ ਆ ਕੇ ਬ੍ਰਹਮਾ ਵੰਸ਼ੀ ਬਣੇ ਹੋ। ਲਕਸ਼ਮੀ ਨਾਰਾਇਣ ਸੋ ਫਿਰ ਆ ਕੇ ਬ੍ਰਹਮਾ ਸਰਸਵਤੀ ਬਣਦੇ ਅੰਤਿਮ ਜਨਮ ਦੇ ਵਿੱਚ। ਇਹ ਵੀ ਸਮਝਾਇਆ ਹੈ
ਕਿ ਇਹਨਾਂ ਦੁਆਰਾ ਅਡਾਪਟ ਕਰਦੇ ਹਨ, ਇਸ ਲਈ ਇਸ ਨੂੰ ਬੜੀ ਮੰਮਾ ਵੀ ਕਹਿੰਦੇ ਹਨ। ਬ੍ਰਹਮਾ ਬਾਬਾ ਸਾਡੀ ਮਾਂ ਵੀ ਹੈ। ਫਿਰ ਇਹ ਨਿਮਿਤ ਵੀ ਬਣੀ ਹੋਈ ਹੈ। ਕਲਸ਼ ਮਾਤਾਵਾਂ ਨੂੰ ਦਿੱਤਾ ਜਾਂਦਾ ਹੈ ਨਾ, ਤਾਂ ਮੰਮਾ ਵੀ ਮਾਤਾ ਹੈ, ਮਾਂ ਹੈ। ਤਾਂ ਸਭ ਤੋਂ ਵੱਡੀ ਸਿਤਾਰ ਸਰਸਵਤੀ ਨੂੰ ਦੇ ਦਿੱਤੀ, ਸਭ ਤੋਂ ਤਿੱਖੀ ਹੈ। ਬਾਕੀ ਸਿਤਾਰ ਜਾਂ ਬਾਜਾ ਆਦਿ ਤਾਂ ਕੁਛ ਹੈ ਨਹੀਂ। ਸਰਸਵਤੀ ਦੀ ਗਿਆਨ ਮੁਰਲੀ ਬਹੁਤ ਅੱਛੀ ਸੀ। ਮਹਿਮਾ ਉਸ ਦੀ ਕਿੰਨੀ ਚੰਗੀ ਸੀ। ਨਾਮ ਤਾਂ ਬਹੁਤ ਪਾ ਦਿੱਤੇ। ਦੇਵੀਆਂ ਦੀ ਪੂਜਾ ਹੁੰਦੀ ਹੈ। ਹੁਣ ਤੁਸੀਂ ਜਾਣਦੇ ਹੋ ਕਿ ਅਸੀਂ ਇੱਥੇ ਪੂਜੇ ਲਾਇਕ ਬਣਦੇ ਹਾਂ, ਫਿਰ ਪੁਜਾਰੀ ਬਣ ਆਪਣੀ ਹੀ ਪੂਜਾ ਕਰਾਂਗੇ। ਹੁਣ ਅਸੀਂ ਬ੍ਰਾਹਮਣ ਹਾਂ, ਫਿਰ ਅਸੀਂ ਹੀ ਪੂਜੇ ਦੇਵਤਾ ਬਣਾਂਗੇ, ਯਥਾ ਰਾਜਾ ਰਾਣੀ ਤਥਾ ਪ੍ਰਜਾ। ਅੱਗੇ ਬਾਬਾ ਸਮਝਾ ਰਹੇ ਹਨ, ਤੁਸੀਂ ਤਿਆਰ ਹੋ ਜਾਓਗੇ ਤਾਂ ਸਾਰੀ ਰਾਜਧਾਨੀ ਤਿਆਰ ਹੋ ਜਾਵੇਗੀ। ਕਲਪ ਕਲਪ ਜਿਨ੍ਹਾਂ ਨੇ ਜੋ ਪਦ ਪਾਇਆ ਉਸ ਅਨੁਸਾਰ ਪੁਰਸ਼ਾਰਥ ਚੱਲਦਾ ਰਹਿੰਦਾ ਹੈ। ਇਹਦਾ ਨਹੀਂ ਡਰਾਮਾ ਜੋ ਪੁਰਸ਼ਾਰਥ ਕੀਤਾ ਹੋਵੇਗਾ ਹੋ ਜਾਵੇਗਾ। ਪੁਰਸ਼ਾਰਥ ਕਰਨਾ ਹੁੰਦਾ ਹੈ। ਫਿਰ ਕਿਹਾ ਜਾਂਦਾ ਹੈ ਕਲਪ ਪਹਿਲਾਂ ਵੀ ਇਸ ਤਰ੍ਹਾਂ ਪੁਰਸ਼ਾਰਥ ਕੀਤਾ ਸੀ। ਹਮੇਸ਼ਾ ਪੁਰਸ਼ਾਰਥ ਨੂੰ ਵੱਡਾ ਰੱਖਿਆ ਜਾਂਦਾ ਹੈ, ਪਰਾਲਬਧ ਤੇ ਬੈਠ ਨਹੀਂ ਜਾਣਾ। ਬਾਬਾ ਕਹਿ ਰਹੇ ਕਿ ਬਾਪ ਕਹਿੰਦੇ ਹਨ ਕ੍ਰਸਤਵ ਵਿਹਾਰ ਦੇ ਵਿੱਚ ਵੀ ਰਹੋ। ਸਾਰਿਆਂ ਨੂੰ ਤਾਂ ਬਾਬਾ ਇੱਥੇ ਨਹੀਂ ਬਿਠਾ ਦੇਣਗੇ ਨਾ। ਸ਼ਰਨਾਗਤੀ ਗਾਈ ਜਾਂਦੀ ਹੈ। ਪੱਠੀ ਬਣਨੀ ਸੀ ਤਾਂ ਬਾਬਾ ਕਹਿੰਦੇ ਇਹ ਸਭ ਹੋਇਆ। ਸ਼ਰਨ ਇੱਕ ਪਰਮ ਪਿਤਾ ਪਰਮਾਤਮਾ ਦੀ ਲੈਤੀ ਜਾਂਦੀ ਹੈ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤਾ, ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ, ਪਹਿਲਾ ਕਿਸੇ ਵੀ ਦੇਹਧਾਰੀ ਦੇ ਨਾਮ ਰੂਪ ਵਿੱਚ ਨਹੀਂ ਫਸਣਾ ਹੈ। ਇੱਕ ਬਾਪ ਦੀ ਸ਼੍ਰੀਮਤ ਤੇ ਚੱਲ ਕੇ ਸਦਗਤੀ ਨੂੰ ਪਾਉਣਾ ਹੈ, ਚੁੱਪ ਰਹਿਣਾ ਹੈ। ਦੂਸਰਾ, ਭਵਿੱਖ 21 ਜਨਮਾਂ ਦੇ ਲਈ ਚੰਗੀ ਤਰ੍ਹਾਂ ਪੜ੍ਹਨਾ ਅਤੇ ਦੂਸਰਿਆਂ ਨੂੰ ਪੜ੍ਹਾਉਣਾ ਹੈ। ਪੜ੍ਹਨ ਅਤੇ ਪੜ੍ਹਾਉਣ ਨਾਲ ਹੀ ਨਾਮ ਬਾਲਾ ਹੋਵੇਗਾ। ਵਰਦਾਨ ਹੈ, ਆਪਣੇ ਸਵੈ ਸਰੂਪ, ਸਵੈ ਮਾਨਾ ਖੁਦ ਦਾ ਸਰੂਪ ਅਤੇ ਸਵੈ ਦੇਸ਼ ਦੇ ਸਵੈਮਾਨ ਵਿੱਚ ਸਥਿਤ ਰਹਿਣ ਵਾਲੇ ਮਾਸਟਰ ਲਿਬਰੇਟਰ ਭਵ। ਅੱਜ ਕੱਲ੍ਹ ਦੇ ਵਾਤਾਵਰਣ ਵਿੱਚ ਹਰ ਇੱਕ ਆਤਮਾ ਕਿਸੇ ਨਾ ਕਿਸੇ ਗੱਲ ਦੇ ਬੰਧਨ ਵਸ਼ ਹੈ। ਕੋਈ ਤਨ ਦੇ ਦੁੱਖ ਦੇ ਵਸ਼ੀਭੂਤ ਹੈ, ਕੋਈ ਸੰਬੰਧ ਦੇ, ਕੋਈ ਇੱਛਾਵਾਂ ਦੇ, ਕੋਈ ਆਪਣੇ ਦੁੱਖਦਾਈ ਸੁਭਾਵ ਸੰਸਕਾਰ ਦੇ, ਕੋਈ ਪ੍ਰਭੂ ਪ੍ਰੀਤ ਨਾਮ ਪ੍ਰਭੂ ਪ੍ਰਾਪਤੀ ਨਾ ਮਿਲਣ ਦੇ ਕਾਰਨ, ਪੁਕਾਰਨ ਜਾਂ ਚਿਲਾਉਣ ਦੇ ਦੁੱਖ ਦੇ ਵਸ਼ੀਭੂਤ ਹੈ। ਇਸ ਤਰ੍ਹਾਂ ਦੀਆਂ ਦੁਖੀ ਅਸ਼ਾਂਤ ਆਤਮਾਵਾਂ ਦੇ ਵਸ਼ ਆਤਮਾਵਾਂ ਆਪਣੇ ਨੂੰ ਛੁੜਾ ਲਿਬਰੇਟ ਕਰਨਾ ਚਾਹੁੰਦੀਆਂ ਹਨ, ਤਾਂ ਉਹਨਾਂ ਨੂੰ ਦੁੱਖਮਈ ਜੀਵਨ ਤੋਂ ਛੁਡਾਉਣ ਦੇ ਲਈ ਆਪਣੇ ਸਵੈ ਸਰੂਪ ਅਤੇ ਸਵੈਦੇਸ਼ ਦੇ ਸਵੈਮਾਨ ਵਿੱਚ ਰਹਿ ਕੇ ਰਹਿਮ ਦਿਲ ਬਣ ਮਾਸਟਰ ਲਿਬਰੇਟਰ ਬਣੋ। ਸਲੋਗਨ ਹੈ, ਸਦਾ ਅਚਲ ਅਡੋਲ ਰਹਿਣ ਦੇ ਲਈ ਇੱਕ ਰਸ ਸਥਿਤੀ ਦੇ ਆਸਨ ਉੱਤੇ ਵਿਰਾਜਮਾਨ ਰਹੋ। ਅੱਛਾ, ਓਮ ਸ਼ਾਂਤੀ।